ਸਾਰੇ ਹੈਗੇ ਸਰਦਾਰ ਗਿਆਨੀ ਗੁਰਦਿਆਲ ਸਿੰਘ, ਇਹਨਾਂ ਦਾ ਬੇਟਾ ਬਲਕਾਰ ਸਿੰਘ। ਇਹਨਾਂ ਨੇ ਇੱਕ GCA ਕੰਪਨੀ ਚਲਾਈ ਸੀਗੀ, ਜਿਹਦੇ ਵਿੱਚ ਇਹ ਆਪਣੇ ਘਰ ਦੇ ਵਿੱਚ ਮੀਟਿੰਗਾਂ ਕਰਦੇ ਸੀਗੇ ਤੇ ਘਰ 'ਚ ਏਜੰਸੀਆਂ ਲਾ ਕੇ ਸਾਡੇ ਕੋਲੋਂ ਪੈਸੇ ਲੈਂਦੇ ਰਹੇ ਆ ਕਿ 6 ਸਾਲ ਬਾਅਦ ਤੁਹਾਨੂੰ ਡਬਲ ਦੇਵਾਂਗੇ। 6 ਸਾਲ ਬਾਅਦ ਇਹਨਾਂ ਨੇ ਕੋਈ ਪੈਸਾ ਨਹੀਂ ਸਾਨੂੰ ਵਾਪਸ ਕੀਤਾ। ਫਿਰ ਜਦੋਂ ਕੰਪਨੀ ਇਹਨਾਂ ਕਹਿਤਾ ਕੰਪਨੀ ਪੈਸੇ ਲੇਟ ਦਿੰਦੀ ਆ ਤੇ ਆਪਾਂ ਨਵੀਂ ਕੰਪਨੀ 'ਚ ਕੰਮ ਕਰ ਲਈਏ। ਅਸੀਂ ਕਿਹਾ ਵੀ ਅਸੀਂ ਨਹੀਂ ਕੰਮ ਕਰਨਾ। ਫਿਰ ਇਹਨਾਂ ਨੇ ਇੱਕ ਨਵੀਂ ਸਰਵੋਤਮ ਕੰਪਨੀ ਲਿਆਂਦੀ ਤੇ ਬਲੈਕਮੇਲ ਕਰਨਾ ਸ਼ੁਰੂ ਕਰਤਾ ਕਿ ਤੁਹਾਡੇ ਪਹਿਲੀ ਕੰਪਨੀ ਦੇ ਪੈਸੇ ਵੀ ਵਾਪਸ ਨਹੀਂ ਮਿਲਣਗੇ ਜੇ ਤੁਸੀਂ ਇਹ ਪੈਸਾ ਨਹੀਂ ਦਿੰਦੇ, ਅੱਗੇ ਕੰਮ ਨਹੀਂ ਕਰਦੇ। ਫਿਰ ਉਧਰ ਵੀ ਅਸੀਂ ਕੰਮ ਕੀਤਾ। 30-35 ਏਜੰਟ ਆ ਜਿਨ੍ਹਾਂ ਦਾ ਦੋਵਾਂ ਕੰਪਨੀਆਂ 'ਚ 4-5 ਕਰੋੜ ਰੁਪਈਆ ਹੈਗਾ ਵਾ ਤੇ ਸਾਰੀ ਪਬਲਿਕ ਦਾ, ਗਰੀਬ ਪਬਲਿਕ ਦਾ ਪੈਸਾ ਕਿਸੇ ਨੇ ਸਵਾਈ ਕਰਕੇ ਦਿੱਤਾ, ਕਿਸੇ ਨੇ ਦਿਹਾੜੀ ਕਰਕੇ ਦਿੱਤਾ। ਸਾਡੇ ਰਿਸ਼ਤੇਦਾਰਾਂ, ਭੈਣ ਭਰਾਵਾਂ ਦੇ ਸਾਰਿਆਂ ਦੇ ਪੈਸੇ ਆ। ਸਾਰਾ ਕੁਝ ਤੁਹਾਨੂੰ ਨਰਿੰਦਰ ਮੈਡਮ ਨੇ ਦੱਸਿਆ, ਉਹਨਾਂ ਦੇ ਰਾਹੀਂ ਦਿੱਤੇ, ਸਾਰਿਆਂ ਨੂੰ ਪਤਾ ਵਾ। ਮੇਰਾ 15 ਲੱਖ ਰੁਪਈਆ ਵਾ। ਮੇਰਾ 30-35 ਲੱਖ ਰੁਪਈਆ GCA 'ਚ ਆ ਤੇ 20 ਲੱਖ ਰੁਪਈਆ ਸਰਵੋਤਮ 'ਚ ਆ ਤੇ ਬਾਕੀ ਜਿਹੜੇ ਸਾਰੇ ਮੈਂਬਰ ਇਹਨਾਂ ਦਾ ਪਾ ਕੇ ਤੇ 4-5 ਕਰੋੜ ਰੁਪਈਆ ਬਣਦਾ। ਆ ਦੇਖੋ, ਇਸ ਤਰੀਕੇ ਸਾਨੂੰ ਸਰਟੀਫਿਕੇਟ ਦਿੱਤੇ ਸੀਗੇ ਬਾਪੂ ਜੀ ਨੇ ਬਣਾ ਕੇ, ਜਿਸ ਬੇਸ ਤੇ ਸਾਡੇ ਕੋਲੋਂ ਕੰਮ ਕਰਵਾਇਆ ਗਿਆ ਸੀ, ਧੱਕੇ ਨਾਲ ਕੰਮ ਕਰਵਾਇਆ ਗਿਆ ਹੈ। ਮੇਰੇ ਹਸਬੈਂਡ ਡਾਕਟਰ ਸੀਗੇ, ਉਹਨਾਂ ਦੀ ਡੈਥ ਹੋ ਗਈ ਐਕਸੀਡੈਂਟ ਦੇ ਨਾਲ। ਲੋਕ ਮੇਰੇ ਕੋਲੋਂ ਪੈਸਾ ਮੰਗਦੇ ਆ ਪਰ ਮੈਂ ਨਹੀਂ ਦੇ ਸਕਦੀ। ਹਾਂਜੀ, ਮੇਰੇ ਰਿਸ਼ਤੇਦਾਰਾਂ ਦੇ ਵੀ ਆ ਤੇ ਆਪਣੇ ਵੀ ਆ। 9 ਮਹੀਨੇ ਪਹਿਲਾਂ ਮੇਰੇ ਪਤੀ ਦੀ ਡੈਥ ਹੋ ਗਈ ਆ। ਮੈਂ ਆਪਣੇ ਘਰ ਦਾ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦੀ, ਪਰ ਲੋਕ ਮੇਰੇ ਕੋਲੋਂ ਪੈਸਾ ਮੰਗਦੇ, ਮੈਂ ਕਿੱਥੋਂ ਦੇਵਾਂ। ਪੰਜਾਬ ਵਿੱਚ ਆਏ ਦਿਨ ਨਵੇਂ-ਨਵੇਂ ਤਰੀਕੇ ਨਾਲ ਠੱਗੀ ਦੇ ਮਾਮਲੇ ਵੇਖਣ ਨੂੰ ਮਿਲਦੇ ਹੀ ਰਹਿੰਦੇ ਨੇ, ਪਰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਖਾਰੇ ਵਿੱਚ ਇੱਕ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸ਼ਾਤਰ ਦਿਮਾਗ ਵਾਲੇ ਵਿਅਕਤੀ ਨੇ ਇੱਕ ਫਾਈਨਾਂਸ ਕੰਪਨੀ ਦੇ ਨਾਮ ਤੇ ਪੈਸੇ ਡਬਲ ਕਰਨ ਦਾ ਲਾਲਚ ਦੇ ਕੇ ਪਿੰਡ ਦੇ ਆਸ-ਪਾਸ ਦੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦਾ ਸ਼ਿਕਾਰ ਲੋਕਾਂ ਨੇ ਠੱਗੀ ਮਾਰਨ ਵਾਲੇ ਠੱਗ ਦੇ ਘਰ ਨੂੰ ਘੇਰਾ ਪਾ ਲਿਆ, ਪਰ ਉਹ ਠੱਗ ਲੋਕਾਂ ਨੂੰ ਚਕਮਾ ਦੇ ਕੇ ਥਾਣੇ ਪਹੁੰਚ ਗਿਆ ਤੇ ਪੁਲਿਸ ਨੇ ਪੀੜਤ ਲੋਕਾਂ ਨੂੰ ਦੱਸਿਆ ਕਿ ਉਹ ਥਾਣੇ ਵਿੱਚ ਹੈ, ਤੁਸੀਂ ਵੀ ਥਾਣੇ ਆ ਜਾਓ। ਜਦੋਂ ਠੱਗੀ ਮਾਰਨ ਵਾਲੇ ਬੰਦੇ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਮੈਂ ਤਾਂ ਕਿਸੇ ਨਾਲ ਠੱਗੀ ਨਹੀਂ ਮਾਰੀ, ਇਹਨਾਂ ਕੰਪਨੀ ਨੂੰ ਪੈਸੇ ਦਿੱਤੇ ਨੇ। ਜਦੋਂ ਪੁਲਿਸ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮਾਮਲਾ ਵੱਡੀ ਠੱਗੀ ਦਾ ਹੈ ਅਤੇ ਸਾਰਿਆਂ ਦੇ ਕਾਗਜ਼ ਚੈੱਕ ਕਰਕੇ ਹੀ ਪਤਾ ਲੱਗੇਗਾ ਕਿ ਠੱਗੀ ਕਿੰਨੇ ਦੀ ਵੱਜੀ ਹੈ। ਮੇਰਾ ਨਾਮ ਨਰਿੰਦਰ ਕੌਰ ਹੈ, ਪਿੰਡ ਠੱਠੀ ਖਾਰਾ, ਜ਼ਿਲ੍ਹਾ ਤਰਨਤਾਰਨ। ਕੀ ਗੱਲਬਾਤ ਹੋਈ ਹੈ ਜਿਹੜਾ ਤੁਸੀਂ ਪਿੰਡ ਦੇ ਕਿਹਦੇ ਘਰ ਹੋਏ ਕੋਠੇ ਵਿੱਚ ਧਰਨਾ ਲਾ ਕੇ ਬੈਠੇ ਜੀ? ਕੀ ਸਾਰੇ ਹੈਗੇ ਸਰਦਾਰ ਗਿਆਨੀ ਗੁਰਦਿਆਲ ਸਿੰਘ, ਇਹਨਾਂ ਦਾ ਬੇਟਾ ਬਲਕਾਰ ਸਿੰਘ। ਇਹਨਾਂ ਨੇ ਇੱਕ GCA ਕੰਪਨੀ ਚਲਾਈ ਸੀਗੀ, ਜਿਹਦੇ ਵਿੱਚ ਇਹ ਆਪਣੇ ਘਰ ਦੇ ਵਿੱਚ ਮੀਟਿੰਗਾਂ ਕਰਦੇ ਸੀਗੇ ਤੇ ਘਰ 'ਚ ਏਜੰਸੀਆਂ ਲਾ ਕੇ ਸਾਡੇ ਕੋਲੋਂ ਪੈਸੇ ਲੈਂਦੇ ਰਹੇ ਆ ਕਿ 6 ਸਾਲ ਬਾਅਦ ਤੁਹਾਨੂੰ ਡਬਲ ਦੇਵਾਂਗੇ। 6 ਸਾਲ ਬਾਅਦ ਇਹਨਾਂ ਨੇ ਕੋਈ ਪੈਸਾ ਨਹੀਂ ਸਾਨੂੰ ਵਾਪਸ ਕੀਤਾ ਤੇ ਫਿਰ ਜਦੋਂ ਕੰਪਨੀ ਇਹਨਾਂ ਕਹਿਤਾ ਕੰਪਨੀ ਪੈਸੇ ਲੇਟ ਦਿੰਦੀ ਆ ਤੇ ਆਪਾਂ ਨਵੀਂ ਕੰਪਨੀ 'ਚ ਕੰਮ ਕਰ ਲਈਏ। ਅਸੀਂ ਕਿਹਾ ਵੀ ਅਸੀਂ ਨਹੀਂ ਕੰਮ ਕਰਨਾ। ਫਿਰ ਇਹਨਾਂ ਨੇ ਇੱਕ ਨਵੀਂ ਸਰਵੋਤਮ ਕੰਪਨੀ ਲਿਆਂਦੀ ਤੇ ਬਲੈਕਮੇਲ ਕਰਨਾ ਸ਼ੁਰੂ ਕਰਤਾ ਕਿ ਤੁਹਾਡੇ ਪਹਿਲੀ ਕੰਪਨੀ ਦੇ ਪੈਸੇ ਵੀ ਵਾਪਸ ਨਹੀਂ ਮਿਲਣਗੇ ਜੇ ਤੁਸੀਂ ਇਹ ਪੈਸਾ ਨਹੀਂ ਦਿੰਦੇ, ਅੱਗੇ ਕੰਮ ਨਹੀਂ ਕਰਦੇ। ਫਿਰ ਉਧਰ ਵੀ ਅਸੀਂ ਕੰਮ ਕੀਤਾ। 30-35 ਏਜੰਟ ਆ ਜਿਨ੍ਹਾਂ ਦਾ ਦੋਵਾਂ ਕੰਪਨੀਆਂ 'ਚ 4-5 ਕਰੋੜ ਰੁਪਈਆ ਹੈਗਾ ਵਾ ਤੇ ਸਾਰੀ ਪਬਲਿਕ ਦਾ, ਗਰੀਬ ਪਬਲਿਕ ਦਾ ਪੈਸਾ ਕਿਸੇ ਨੇ ਸਵਾਈ ਕਰਕੇ ਦਿੱਤਾ, ਕਿਸੇ ਨੇ ਦਿਹਾੜੀ ਕਰਕੇ ਦਿੱਤਾ। ਸਾਡੇ ਰਿਸ਼ਤੇਦਾਰਾਂ, ਭੈਣ ਭਰਾਵਾਂ ਦੇ ਸਾਰਿਆਂ ਦੇ ਪੈਸੇ ਆ। 2-3 ਦਿਨ ਪਹਿਲਾਂ ਅੱਗੋਂ ਵੀ ਅਸੀਂ ਧਰਨਾ ਲਾਇਆ ਸੀਗਾ ਅੱਡੇ ਤੇ ਇਹਨਾਂ ਦੀਆਂ ਦੁਕਾਨਾਂ ਅੱਗੇ ਤੇ ਬਾਅਦ ਵਿੱਚ ਸਾਡੇ ਕੋਲੋਂ ਗਲਤੀ ਹੋਈ ਕਿ ਅਸੀਂ ਕੋਈ ਪੁਲਿਸ ਰਿਪੋਰਟ ਨਹੀਂ ਕੀਤੀ ਤੇ ਮੁਲਾਜ਼ਮਾਂ ਨੇ ਕਿਹਾ ਕਿ ਤੁਹਾਡੀ ਕੋਈ ਰਿਪੋਰਟ ਨਹੀਂ ਗਈ, ਇਸ ਲਈ ਤੁਹਾਨੂੰ ਧਰਨਾ ਚੁੱਕਣਾ ਪੈਣਾ। ਅਸੀਂ ਆਪਣੀ ਮਰਜ਼ੀ ਨਾਲ ਧਰਨਾ ਚੁੱਕਿਆ। ਫਿਰ ਇਹਨਾਂ ਨੇ ਆਣ ਕੇ ਇੱਥੇ ਮੈਡਮ ਹੈਗੀ ਆ ਰਾਜਵਿੰਦਰ ਕੌਰ ਤੇ ਇਹਨਾਂ ਨੂੰ ਧਮਕੀ ਦਿੱਤੀ ਆ ਕਿ ਅਸੀਂ ਸਾਰੀ ਪੁਲਿਸ ਬੰਨੀ ਆ, 9 ਦਰਖਾਸਤਾਂ ਲਾਈਆਂ ਵਾ, ਸਾਨੂੰ ਤੁਸੀਂ ਕੁਛ ਨਹੀਂ ਕਰ ਸਕਦੇ, ਸਾਡਾ ਕੁਛ ਨਹੀਂ ਵਿਗਾੜ ਸਕਦੇ, ਤੁਹਾਡਾ ਪੈਸਾ ਇਦਾਂ ਨਹੀਂ ਮਿਲਣਾ। ਅਸੀਂ ਆਪਣੀ ਜ਼ਰੂਰਤ ਨਾਲ ਧਰਨਾ ਚੁਕਾਇਆ ਵਾ। ਉਹਦੇ ਇਹਨਾਂ ਦੇ ਬੋਲਣ ਦੇ ਕਰਕੇ ਅੱਜ ਅਸੀਂ ਧਰਨਾ ਲਾਇਆ ਦੁਬਾਰਾ ਕਿ ਅਸੀਂ ਤੁਹਾਡੇ ਘਰ ਵਿੱਚ ਪੈਸੇ ਦਿੰਦੇ ਰਹੇ ਤੇ ਤੁਹਾਡੇ ਘਰ ਵਿੱਚੋਂ ਹੀ ਪੈਸੇ ਵਾਪਸ ਲੈਣੇ ਆ। ਕਿੰਨੇ ਪੈਸੇ ਦਿੱਤੇ ਤੁਹਾਨੂੰ? ਮੇਰਾ 30-35 ਲੱਖ ਰੁਪਈਆ GCA 'ਚ ਆ ਤੇ 20 ਲੱਖ ਰੁਪਈਆ ਸਰਵੋਤਮ 'ਚ ਆ ਤੇ ਬਾਕੀ ਜਿਹੜੇ ਸਾਰੇ ਮੈਂਬਰ ਇਹਨਾਂ ਦਾ ਪਾ ਕੇ ਤੇ 4-5 ਕਰੋੜ ਰੁਪਈਆ ਬਣਦਾ। ਮੇਰੇ ਹਸਬੈਂਡ ਡਾਕਟਰ ਸੀਗੇ, ਉਹਨਾਂ ਦੀ ਡੈਥ ਹੋ ਗਈ ਐਕਸੀਡੈਂਟ ਦੇ ਨਾਲ। ਲੋਕ ਮੇਰੇ ਕੋਲੋਂ ਪੈਸਾ ਮੰਗਦੇ ਆ ਪਰ ਮੈਂ ਨਹੀਂ ਦੇ ਸਕਦੀ। ਹਾਂਜੀ, ਮੇਰੇ ਰਿਸ਼ਤੇਦਾਰਾਂ ਦੇ ਵੀ ਆ ਤੇ ਆਪਣੇ ਵੀ ਆ। 9 ਮਹੀਨੇ ਪਹਿਲਾਂ ਮੇਰੇ ਪਤੀ ਦੀ ਡੈਥ ਹੋ ਗਈ ਆ। ਮੈਂ ਆਪਣੇ ਘਰ ਦਾ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦੀ, ਪਰ ਲੋਕ ਮੇਰੇ ਕੋਲੋਂ ਪੈਸਾ ਮੰਗਦੇ, ਮੈਂ ਕਿੱਥੋਂ ਦੇਵਾਂ। ਤੁਹਾਨੂੰ ਕੀ ਕਿਹਾ ਗਿਆ ਸੀ ਵੀ ਪੈਸੇ ਡਬਲ ਮਿਲਣਗੇ? ਹਾਂਜੀ, ਇਹਨਾਂ ਨੇ ਕਿਹਾ 6 ਸਾਲ ਬਾਅਦ ਡਬਲ ਮਿਲਣਗੇ। ਤੁਹਾਨੂੰ ਪਤਾ 6 ਸਾਲ ਡਬਲ ਪੈਸੇ ਹੋਏ ਨੇ ਕਿਤੇ? ਨਹੀਂ ਸਰ, ਉਦੋਂ ਮੇਰੀ ਮਜਬੂਰੀ ਹੀ ਹੈ। 2008 ਵਿੱਚ ਮੇਰੇ ਪਤੀ ਬਹੁਤ ਬਿਮਾਰ ਹੋ ਗਏ ਸੀਗੇ ਤੇ ਇਹਨਾਂ ਨੇ ਕਿਹਾ ਕਿ ਤੁਹਾਡੇ ਘਰ ਦਾ ਗੁਜ਼ਾਰਾ ਮੁਸ਼ਕਲ ਚੱਲਦਾ, ਦੁਕਾਨ ਬੰਦ ਹੋ ਗਈ ਹੈ ਤੇ ਤੁਸੀਂ ਇੱਧਰ ਕੰਮ ਕਰ ਲਓ ਵੀ ਇੱਧਰ ਵਧੀਆ ਪੈਸੇ ਤੁਹਾਨੂੰ ਮਿਲਣਗੇ, ਤੁਹਾਡਾ ਘਰ ਦਾ ਗੁਜ਼ਾਰਾ ਚੱਲਦਾ ਰਹੂ। ਕਮਿਸ਼ਨ ਬੇਸ ਤੇ ਮੈਂ ਕੰਮ ਕੀਤਾ ਸੀ। ਹਾਂਜੀ ਸਰ, ਪ੍ਰੀਤਮ ਸਿੰਘ MLA ਆ
ਕਾਂਗਰਸ ਸਰਕਾਰ ਦੇ ਐਮਐਲਏ ਸੀਗੇ। ਹੁਣ ਤੁਹਾਡੀ ਸਾਰੇ ਕੀ ਮੰਗ ਹੈਗੀ ਕੀ ਸਾਡੀ ਇਹੀ ਮੰਗ ਆ ਕਿ ਅਸੀਂ ਇਹਨਾਂ ਤੇ ਕੋਈ ਪਰਚਾ ਨਹੀਂ ਲਾਉਣਾ ਚਾਹੁੰਦੇ, ਨਾ ਕੋਈ ਕੇਸ ਕਰਨਾ ਚਾਹੁੰਦੇ ਆ। ਇਹਨਾਂ ਦੇ ਘਰ ਵਿੱਚ ਅਸੀਂ ਪੈਸਾ ਦਿੰਦੇ ਰਹੇ ਆ, ਉਦੋਂ ਪੁੱਤ ਧੀਏ ਕਰਕੇ ਪੈਸੇ ਘਰੋਂ ਲੈ ਕੇ ਆਉਂਦੇ ਸੀ। ਇੱਥੇ ਵੀ ਕਹਿੰਦੇ ਸੀ ਫੋਨ ਕਰਕੇ ਸਾਨੂੰ ਫੜਾ ਜਾਓ, ਅਸੀਂ ਦੇ ਜਾਂਦੇ ਹਾਂ। ਤੇ ਇੱਥੇ ਘਰ 'ਚ ਇਹਨਾਂ ਨੂੰ ਪੈਸੇ ਦਿੱਤੇ ਤੇ ਇਹਨਾਂ ਦੇ ਘਰ ਵਿੱਚੋਂ ਲੈਣੇ ਚਾਹੁੰਦੇ ਆ। ਜਦੋਂ ਮੈਂ ਏਜੰਸੀ ਲਾਈ ਸੀ, ਇਹਨਾਂ ਦਾ ਘਰ ਸੀਗਾ, ਬਾਲਿਆਂ ਵਾਲੀਆਂ ਛੱਤਾਂ ਸੀਗੀਆਂ, ਉਧਰ ਇਹਨਾਂ ਦੀ ਹਵੇਲੀ ਸੀ, ਉੱਥੇ ਸਬਜ਼ੀ ਲਾਉਂਦੇ ਹੁੰਦੇ ਸੀ। ਕੁਛ ਨਹੀਂ ਇਹਨਾਂ ਕੋਲੇ ਹੈਗਾ। ਹੁਣ ਤੁਸੀਂ ਆਪ ਵੇਖ ਲਓ, ਆ ਕੋਠੀਆਂ ਪਈਆਂ ਵਾ। ਪਿਛਲੀ ਜਗ੍ਹਾ ਤੇ ਵੀ ਇਹਨਾਂ ਪਲਾਂਟ ਲਿਆ ਹੋਇਆ ਵਾ। ਪੂਰਾ ਨਾਂ ਇਹਨਾਂ ਦਾ ਕੀ ਹੈ? ਗਿਆਨੀ ਗੁਰਦਿਆਲ ਸਿੰਘ ਆ ਤੇ ਬੇਟੇ ਦਾ ਨਾਂ ਇਹਨਾਂ ਦਾ ਬਲਕਾਰ ਸਿੰਘ ਆ। ਇਹੋ ਕੰਮ ਕਰਦੇ ਬਸ ਕੰਪਨੀਆਂ ਦਾ ਹੀ? ਹਾਂਜੀ, ਕੰਪਨੀਆਂ ਦਾ ਕੰਮ ਕਰਦੇ ਜਾਂ ਗੁਰਦੁਆਰੇ ਦੇ ਵਿੱਚ ਗ੍ਰੰਥੀ ਆ। ਇਹਨਾਂ ਨੇ ਅੱਡੇ ਤੇ ਦੁਕਾਨਾਂ ਪਾਈਆਂ, ਕੰਪਨੀ ਤੋਂ ਪਾਈਆਂ, ਆਪਣੇ ਪੋਤਰਿਆਂ ਨੂੰ ਪਾ ਕੇ ਦਿੱਤੀਆਂ। ਲਖਿੰਦਰ ਕੌਰ। ਤੁਹਾਡਾ ਪਿੰਡ ਕਿਹੜਾ ਹੈ? ਇਹੀ ਪਿੰਡ ਆ। ਕਿੰਨੇ ਪੈਸੇ ਤੁਸੀਂ ਦਿੱਤੇ ਇਹਨਾਂ ਨੂੰ ਤੇ ਕੀ ਸਾਰੀ ਗੱਲਬਾਤ? ਉਹ ਸਾਰਾ ਕੁਝ ਤੁਹਾਨੂੰ ਨਰਿੰਦਰ ਮੈਡਮ ਨੇ ਦੱਸਿਆ, ਉਹਨਾਂ ਦੇ ਰਾਹੀਂ ਦਿੱਤੇ, ਸਾਰਿਆਂ ਨੂੰ ਪਤਾ ਵਾ। ਮੇਰਾ 15 ਲੱਖ ਰੁਪਈਆ ਵਾ। 15 ਲੱਖ? ਹਾਂਜੀ। ਤੇ ਸਰ ਲੋਕਾਂ ਨੂੰ ਪਿੰਡ 'ਚ ਦਿੰਦੇ ਵੀ ਆ ਪੈਸੇ, ਨਾ ਦਿੰਦੇ ਹੁਣ ਫਿਰ ਅਸੀਂ ਵੀ ਕਹੀਏ ਕਿ ਹਾਂਜੀ ਕਿਸੇ ਨੂੰ ਵੀ ਨਹੀਂ ਦੇਣ ਦੇ। ਜਦੋਂ ਇਹ ਲੋਕਾਂ ਨੂੰ ਪੈਸੇ ਦਿੰਦੇ ਆ ਫਿਰ ਇਹ ਸਾਡੀ ਵਾਰੀ ਕਿਉਂ ਮਰਦੇ ਆ? ਸਾਨੂੰ ਵੀ ਦੇਣੇ ਚਾਹੀਦੇ ਆ। ਅਸੀਂ ਇਹਨਾਂ ਤੋਂ ਹੀ ਦਿੱਤੇ ਤੇ ਇਹਨਾਂ ਤੋਂ ਹੀ ਲੈਣੇ ਚਾਹੁੰਦੇ ਆ। ਜੇ ਤੁਸੀਂ ਕਹਿੰਦੇ ਆ ਤਾਂ ਅਸੀਂ ਤੁਹਾਨੂੰ ਵਿਖਾ ਦਿੰਨੇ ਜਿਨ੍ਹਾਂ ਨੂੰ ਇਹਨਾਂ ਨੇ ਪੈਸੇ ਦਿੱਤੇ। ਅਸੀਂ ਆਪਣੇ ਹੱਕ ਲੈਣੇ ਆ। ਇਹ ਹੁਣ ਉਹਨਾਂ ਦਾ ਘਰ ਉਹਦੇ ਬੂਹੇ ਬੈਠੇ ਰਹੋਗੇ ਜਿੰਨਾ ਪੈਸੇ ਨਹੀਂ ਮਿਲਦੇ? ਹਾਂਜੀ, ਬੈਠੇ ਰਵਾਂਗੇ, ਅਸੀਂ ਇੱਥੇ ਹੀ ਰਵਾਂਗੇ ਜਿੰਨੇ ਦਿਨ। ਹਾਂਜੀ, ਆਈਏ ਪੁਲਿਸ ਉਧਰ। ਉਹਨਾਂ ਕੀ ਕੀਤਾ? ਉਹ ਅਜੇ ਕੁਝ ਨਹੀਂ ਕਰਦੇ। ਦੇਖੋ ਜੋ ਕਰਨਗੇ ਠੀਕ ਹੈ, ਜੋ ਸਾਰਿਆਂ ਦੇ ਨਾਲ ਹੀ ਆ। ਹੋਰ ਕੀ ਕਹਿਣਾ ਚਾਹੁੰਦੇ ਭਾਜੀ ਤੁਸੀਂ? ਸਰ ਮੇਰਾ ਨਾਮ ਪੂਰਨਿਮਾ ਹੈ। ਸਰ ਮੇਰਾ ਦੋਨਾਂ ਕੰਪਨੀਆਂ ਦਾ 10 ਲੱਖ ਰੁਪਈਆ ਵਾ। ਸਰ 2 ਮਹੀਨੇ ਪਹਿਲਾਂ ਇਸੇ ਬਾਪੂ ਜੀ ਦੀ ਨੌਂ ਸਾਡੇ ਘਰ ਆਈ ਸੀਗੀ। ਮੈਨੂੰ ਤੇ ਮੇਰੀ ਮੰਮੀ ਨੂੰ ਕਹਿ ਕੇ ਗਈ ਆ ਵੀ ਬਾਪੂ ਜੀ 10 ਲੱਖ ਰੁਪਈਆ ਲੈ ਕੇ ਆਏ ਆ, ਜੇਕਰ ਤੁਸੀਂ ਲਿਆ ਸਕਦੇ ਜੇ ਤੇ ਲੈ ਲਓ। ਅਸੀਂ ਆਏ ਆ, ਸਾਨੂੰ ਬਾਪੂ ਜੀ ਨੇ ਕੋਈ ਨਿਆਂ ਨਹੀਂ ਦਿੱਤਾ। ਅੱਛਾ। ਹਾਂਜੀ, ਤੇ ਖੁਦ ਇਹਨਾਂ ਦੇ ਬੇਟੇ ਨੇ ਪਰਸੋਂ ਚੌਥ ਕਿਸੇ ਨੂੰ ਵੀ ਕਿਹਾ, ਪੋਤਰੇ ਨੇ ਕਿਹਾ ਵਾ ਵੀ ਬਾਪੂ ਜੀ ਸਾਡੇ ਜਿਹੜੇ ਆ ਉਹ 2 ਕਰੋੜ ਰੁਪਈਆ ਜੀਸੀਏ ਕੰਪਨੀ ਦਾ ਲਿਆ ਕੇ ਖਾ ਚੁੱਕੇ ਨੇ, ਜੇਕਰ ਤੁਸੀਂ ਲੈ ਸਕਦੇ ਜੇ ਤੇ ਲੈ ਲਓ। ਜਾਨ ਕੇ ਤੇ ਕਿਹਾ ਤੇ ਵੀ ਠੱਗੀਆਂ ਹੀ ਮਾਰੇ ਸਾਰਾ ਨਾਲ। ਬਸ ਜੀ, ਬਸ। ਤੁਹਾਨੂੰ ਕਦੋਂ ਲੱਗਾ ਵੀ ਠੱਗੀ ਹਾਣਾ ਵੱਜ ਚੁੱਕੀ ਹੈ? ਸਰ ਇਹਨਾਂ ਨੇ ਜਦੋਂ ਸਾਨੂੰ ਇੱਕ ਕੰਪਨੀ ਦੇ ਵਿੱਚੋਂ ਸਾਡਾ ਪੈਸਾ ਨਹੀਂ ਮਿਲਿਆ, ਫਿਰ ਇਹਨਾਂ ਨੇ ਦੂਜੀ ਕੰਪਨੀ ਜਿਸ ਤਰ੍ਹਾਂ ਲੈ ਕੇ ਆਂਦੀ, ਫਿਰ ਇਹਨਾਂ ਨੇ ਇਹੀ ਕਿਹਾ ਵਾ ਵੀ ਜੇਕਰ ਜਿਹੜਾ ਉਧਰ ਏਜੰਸੀ ਲਾਏਗਾ, ਉਧਰ ਕੰਮ ਕਰੇਗਾ, ਉਹਨੂੰ ਦੂਸਰੀ ਕੰਪਨੀ 'ਚੋਂ ਪੈਸੇ ਦਿਵਾਵਾਂਗੇ। ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਇੱਥੋਂ ਤੱਕ ਸਰਟੀਫਿਕੇਟ ਦਿੱਤੇ ਹੋਏ ਨੇ। ਇਹਨਾਂ ਨੇ ਬਾਪੂ ਜੀ ਨਹੀਂ ਦਿੱਤੇ ਆ। ਸਾਨੂੰ ਨਹੀਂ ਪਤਾ ਵੀ ਉਹ ਕੰਪਨੀ ਨੇ ਦਿੱਤੇ ਆ, ਵੀ ਕਿੱਥੋਂ ਦਿੱਤੇ ਕਿੱਥੋਂ ਨਹੀਂ, ਲੇਕਿਨ ਸਾਨੂੰ ਬਾਪੂ ਜੀ ਨੇ ਪੈਸੇ ਦਿੱਤੇ, ਉਹ ਦਿੱਤੇ ਸੀਗੇ, ਸਰਟੀਫਿਕੇਟ ਦਿੱਤੇ ਸੀਗੇ। ਉਸ ਬੇਸ ਤੇ ਅਸੀਂ ਕੰਮ ਕਰਦੇ ਰਹੇ ਹਾਂ। ਹਾਂਜੀ, ਆਹ ਵੇਖੋ, ਆਹ ਦੇਖੋ, ਇਸ ਤਰ੍ਹਾਂ ਇਹਨਾਂ ਨੇ ਬਾਪੂ ਜੀ ਨੇ ਸਾਨੂੰ ਦਿੱਤੇ ਹੋਏ ਸੀਗੇ। ਤੁਹਾਨੂੰ ਜਿੱਦਾਂ ਭਾਜੀ ਤੁਹਾਨੂੰ ਪਤਾ ਵੀ ਇਹ ਕੰਪਨੀ ਨਾ ਕੋਈ ਰਜਿਸਟਰ ਨਾ ਕੋਈ ਗੱਲ ਕਰਕੇ ਸਰ ਉਹ ਸਰਟੀਫਿਕੇਟ ਹੈਗੇ, ਸਾਨੂੰ ਸਾਰਾ ਕੁਝ ਦਿੱਤਾ ਗਿਆ ਏ। ਆਹ ਦੇਖੋ, ਇਸ ਤਰੀਕੇ ਸਾਨੂੰ ਸਰਟੀਫਿਕੇਟ ਦਿੱਤੇ ਸੀਗੇ ਬਾਪੂ ਜੀ ਨੇ ਬਣਾ ਕੇ, ਜਿਸ ਬੇਸ ਤੇ ਸਾਡੇ ਕੋਲੋਂ ਕੰਮ ਕਰਵਾਇਆ ਗਿਆ ਸੀ, ਧੱਕੇ ਨਾਲ ਕੰਮ ਕਰਵਾਇਆ ਗਿਆ ਏ। ਹਾਂਜੀ, ਇਹ ਗਿਆਨੀ ਗੁਰਦਿਆਲ ਸਿੰਘ ਜੀ ਜਿਹੜੇ ਸੀਗੇ ਉਹ ਘਰ ਆਉਂਦੇ ਸੀਗੇ, ਗਿਫਟ ਦਿੰਦੇ ਰਹੇ ਕਿ ਗਿਫਟ ਦਵਾਂਗੇ, ਅੱਗੇ ਕੰਮ ਕਰੋ। ਤੁਹਾਨੂੰ ਆਪਣੇ ਨਾਮ ਤੇ ਇਹਨਾਂ ਨੇ ਛਪਾਇਆ ਪੈਸੇ ਕੋਈ ਮਿਲੇ ਬਿਨਾ? ਨਹੀਂ ਸਰ, ਸਾਨੂੰ ਕੋਈ ਪੈਸਾ ਨਹੀਂ ਮਿਲਿਆ। ਤੇ ਫਿਰ ਤੁਸੀਂ ਦੁਬਾਰਾ ਪੈਸੇ ਦੇਣਾ? ਸਰ ਦਬਾਅ ਥੱਲੇ ਹੀ ਆਉਣ ਵਾਲੀ ਗੱਲ ਹੋ ਗਈ ਹੈ ਸਰ। ਇਹਨਾਂ ਨੇ ਆਪਣੇ ਨਾਮ ਤੇ ਛਪਾਏ। ਇਹ ਤੁਹਾਨੂੰ ਲੱਗਦਾ ਵੀ ਸਾਰਾ ਜੋ ਕੁਝ ਹੈ ਕਪੜਾ ਠੱਗੀ ਵੱਜੀ ਤਾਂ ਕਿੰਨੇ ਬੰਦੇ ਠੱਗੀ ਟੋਟਲ ਵੱਜੀ ਇਹਨਾਂ ਦੇ? ਸਾਰਾ ਜਿੰਨੇ ਜਾਣੇ ਹੈਗੇ ਟੋਟਲ ਪਿੰਡ ਦਾ ਹੀ ਲੁੱਟ ਕੇ ਖਾ ਗਏ ਉਹਦੇ। ਪਿੰਡ ਦੇ ਬੰਦੇ ਜਿਹਨਾਂ ਸਾਰੇ ਪਿੰਡ ਦੇ ਹੀ ਆ ਸਰ। ਹਾਂਜੀ, ਅਜੇ ਤੇ ਸਰ ਫਿਰ ਸਰ ਖਾਰਾ ਹੀ। ਹਾਂਜੀ, ਹੋ ਸਕਦਾ ਵਾਧੂ ਲੋਕ ਹੋ ਸਕਦੇ ਜਿਹਨਾਂ ਹੋ ਸਕਦੇ ਆ ਸਰ। ਦੂਜੇ ਪਿੰਡਾਂ ਦੇ ਵਿੱਚੋਂ ਲੋਕ ਆਉਣਗੇ ਤੇ ਇੱਥੇ ਤੇ ਜਗ੍ਹਾ ਵੀ ਨਹੀਂ ਮਿਲੂਗੀ ਖੜਨ ਵਾਸਤੇ। ਸਰ ਕੀ ਨਾਮ ਹੈ? ਮੇਰਾ ਨਾਮ ਪਰਵਿੰਦਰ ਸਿੰਘ ਹੈ ਜੀ। ਕੀ ਗੱਲਬਾਤ ਕੀ ਹੋਈ ਹੈ? ਗੱਲਬਾਤ ਕੀ ਆ ਜੀ, ਇਹ ਸਾਡੇ ਘਰੇ ਜਾ ਕੇ ਸਾਡੇ ਤੋਂ ਪੈਸੇ ਲੈ ਕੇ ਆਏ ਮੇਰੇ ਤੋਂ, ਠੀਕ ਹੈ ਜੀ। ਮੈਂ ਇਹਨਾਂ ਦਾ ਜਵਾਈ ਨਹੀਂ ਹਾਂ, ਠੀਕ ਹੈ। 2004 ਚ ਮੇਰੇ ਤੋਂ ਇਹਨਾਂ ਨੇ ਪੈਸੇ ਲਏ। ਜਦ ਮੈਂ ਇਹਨਾਂ ਤੋਂ ਮੰਗਣ ਆਇਆ ਜਾਂ ਪਾਲਿਸੀ ਪੂਰੀ ਹੋਈ, ਫਿਰ ਇਹਨਾਂ ਨੇ ਕੋਈ ਸਰਵੋਤਮ ਪਾਰਟੀ ਲੈਂਦੀ ਹੈ, ਉਹਦੇ ਵਿੱਚ ਇਹਨਾਂ ਨੇ ਗਾਂ ਏਜੰਟ ਬਣਾਇਆ ਸੀ। ਉਹਦੇ ਵਿੱਚ ਇੱਕ ਮੇਰਾ ਸਕਾ ਸਾਲਾ ਵੀ ਆ। ਇਹਨਾਂ ਨੇ ਉਹਨੂੰ ਕਿਹਾ ਵੀ ਇਹਨਾਂ ਦੇ ਤਾਂ ਪੈਸੇ ਮਿਲਣੇ ਆ ਵੀ ਜੇ ਗਾਂ ਸਰਵੋਤਮ ਚ ਪਾਲਿਸੀਆਂ ਕਰਾਉਣਗੇ ਤੇ ਜਾਂ ਜਮ੍ਹਾਂ ਕਰਾਉਣਗੇ। ਮੈਂ ਸਰਵੋਤਮ ਚ ਪੈਸੇ ਤਾਰੇ, ਫਿਰ ਇੱਕ ਪਾਲਿਸੀ ਕਰਾਈ। ਜਦ ਹੁਣ ਸਾਡੀ ਪੂਰੇ ਹੋ ਗਏ ਆ, ਅਸੀਂ ਇਹਨਾਂ ਤੋਂ ਮੰਗੇ ਆ, ਸਾਨੂੰ ਇਹਨਾਂ ਨੇ ਪੈਸੇ ਨਹੀਂ ਦਿੱਤੇ। ਕਹਿੰਦੇ ਵੀ ਤੁਸੀਂ ਮਰ ਜਾਓ, ਅਸੀਂ ਤੁਹਾਡਾ ਪੈਸਾ ਨਹੀਂ ਦੇਣਾ, ਤੁਹਾਡੇ ਬੱਚਿਆਂ ਨੂੰ ਦੇ ਦਾਂਗੇ। ਅਸੀਂ ਕਹਿੰਦੇ ਵੀ ਜਿੱਥੇ ਕਬਜ਼ਾ ਕਰ ਲਈ ਅਸੀਂ ਉਹ ਥਾਂ ਨਹੀਂ ਛੱਡੇ, ਤੁਹਾਡੇ ਪੈਸੇ ਕਿਸ ਤਰ੍ਹਾਂ ਦੇ ਦਾਂਗੇ। ਇਹ ਗਿਆਨੀ ਗੁਰਦਿਆਲ ਸਿੰਘ ਜੀ ਤੇ ਬਲਕਾਰ ਸਿੰਘ ਦੇ ਜ਼ਬਾਨੀ ਮੈਂ ਇਸ ਘਰ ਆਇਆ ਹਾਂ ਜਦੋਂ ਇਹਨਾਂ ਨੇ ਮੈਨੂੰ ਕਿਹਾ। ਜਿਹੜੀਆਂ ਬਾਕੀ ਪਾਲਿਸੀਆਂ ਸਰਵੋਤਮ ਦੀਆਂ ਉਹ ਮੇਰਾ ਸਾਲਾ ਲੈ ਕੇ ਆਇਆ ਮੇਰੇ ਤੋਂ, ਉਹ ਇਹਨਾਂ ਨੂੰ ਗਾਂ ਜਮ੍ਹਾਂ ਕਰਾਉਂਦਾ ਸੀ। ਇਹੀ ਸੱਚਾਈ ਆ। ਉਹਦੇ ਪੈਸੇ ਇਹਨਾਂ ਨੇ ਮਾਰੇ ਆ, ਗਿਆਨੀ ਗੁਰਦਿਆਲ ਸਿੰਘ ਨੇ ਤੇ ਬਲਕਾਰ ਸਿੰਘ ਨੇ। ਜਦ ਕੀ ਕਹਿ ਸਕਦੇ ਘੱਟੋ ਘੱਟ 500 ਬੰਦਾ ਉਹ ਮੈਂ ਪੈਸੇ ਮਾਰੇ ਹੋਣਗੇ। ਹੋ ਸਕਦਾ ਜ਼ਿਆਦਾ ਵੀ, ਕਿਉਂਕਿ ਮੈਂ ਜਦੋਂ ਤੱਕ ਮੇਰੀ ਨੌਲੇਜ ਇਹਨਾਂ ਨੇ ਇਹਦੇ ਕੁੰਦੇ ਬਹੁਤ ਪੁੱਠਾ ਜੀ। ਸਭ ਤੋਂ ਵੱਡੀ ਤੇ ਗੱਲ ਇਹਨਾਂ ਦੀ ਪ੍ਰੋਬਲਮ ਇਹ ਆ ਕਿ ਜੇ ਕੋਈ ਮੰਗਣ ਆ ਜਾਂਦਾ ਭੈਣ ਭਰਾ, ਉਹਨੂੰ ਕਿਸੇ ਤਰੀਕੇ ਨਾਲ ਗੱਲ ਕਰਨ, ਉਹਦੇ ਤੇ ਗੱਲ ਤੱਕ ਪੈ ਜਾਂਦੇ ਆ ਜੀ। ਪੈਸੇ ਕਿਸੇ ਨੇ ਅਸੀਂ ਆਨੇ ਆ ਵੀ
ਦੇ ਦੇਣ ਤੇ ਚੰਗੇ ਆ, ਤੇ ਨਹੀਂ ਤੇ ਫਿਰ ਉਹ ਤੇ ਵਹਿੰਦਾ ਹੀ ਹੈ ਜੀ, ਕੀ ਕਰਾਂਗੇ। ਪੁਲਿਸ ਨੇ ਇਸ ਬਾਰੇ ਮੈਨੂੰ ਦਿੱਤਾ ਮੈਂ ਇੱਕ ਦੋ ਵਾਰੀ ਲਿਖਾਈ ਸੀ ਰਿਪੋਰਟ, ਪਰ ਮੈਂ ਜਮ੍ਹਾਂ ਨਹੀਂ ਕਰਾਈ, ਮੈਂ ਨਹੀਂ ਦਿੱਤੀ, ਕਿਉਂਕਿ ਮੈਂ ਕਿਹਦੇ ਖਿਲਾਫ ਦਊਂਗਾ, ਕਿਉਂਕਿ ਮੈਨੂੰ ਸ਼ਰਮ ਵੀ ਮਾਰਦੀ ਵੀ ਮੈਂ ਆਪਣੇ ਸਹੁਰਿਆਂ ਤੇ ਦੇਈ ਜਾ। ਹੁਣ ਇੰਨੇ ਬੰਦਿਆਂ ਦੇ ਨਾਲ ਮੈਂ ਵੀ ਤੁਰਿਆ, ਕੀ ਮੈਂ ਰਿਪੋਰਟ ਆਪਣੇ ਘਰ ਤੇ ਕਰਾਂਗਾ ਕਿਸ ਤਰ੍ਹਾਂ। ਬਾਬਾ ਜੀ ਕੀ ਨਾਮ ਤੁਹਾਡਾ? ਮੇਰਾ ਗਿਆਨੀ ਗੁਰਦਿਆਲ ਸਿੰਘ ਕਿਹੜਾ ਪਿੰਡ ਤੁਹਾਡਾ? ਠੱਠੀ ਖਰਾ ਜਿਹੜੇ ਲੋਕ ਤੁਹਾਡੇ ਬੂਹੇ ਗੜੀ ਬੈਠੇ ਆ ਕਹਿੰਦੇ ਪਏ ਵੀ ਅਸੀਂ ਇਹਨਾਂ ਕੋਲ ਪੈਸੇ ਲੈਣੇ ਆ, ਜੀ। ਕੀ ਸਾਰਾ ਮਾਮਲਾ ਹੈਗਾ ਸਾਰਾ? ਨਹੀਂ ਫੜਾਇਆ ਕਿਸੇ ਨੇ, ਹਰ ਇੱਕ ਏਜੰਟ ਨੇ ਆਪੋ ਆਪਣੇ ਪੈਸੇ ਜਿਹੜੇ ਹੈ ਉਹ ਦਫ਼ਤਰ ਦੇ ਵਿੱਚ ਮੈਨੇਜਰ ਨੂੰ ਦਿੱਤੇ ਆ, ਕੈਸ਼ੀਅਰ ਨੂੰ ਦਿੱਤੇ ਆ। ਕਿੱਥੇ ਦਫ਼ਤਰ ਬਣਾਇਆ ਤੁਸੀਂ? ਹੈ ਮੈਂ ਕੋਈ ਦਫ਼ਤਰ ਨਹੀਂ ਬਣਾਇਆ, ਕੰਪਨੀ ਨੇ ਦਫ਼ਤਰ ਬਣਾਇਆ ਅੰਮ੍ਰਿਤਸਰ। ਅੱਛਾ ਜੀ, ਇਹ ਜਿਹੜੇ ਏਜੰਟ ਕਹਿੰਦੇ ਵੀ ਤੁਹਾਨੂੰ ਪੈਸੇ ਫੜਾ ਕੇ ਗਏ ਆ, ਨਹੀਂ, ਇਹ ਗਲਤ ਫਹਿਮੀ ਹੈ। ਮੈਂ ਕੋਈ ਪੈਸਾ ਨਹੀਂ ਲਿਆ, ਮੈਂ ਇੱਕ ਫੀਲਡ ਸੀਨੀਅਰ ਆ, ਤੇ ਮੈਂ ਫੀਲਡ ਸੀਨੀਅਰ ਜਿਹੜਾ ਵਾ ਸਿਰਫ ਉਹਦੀ ਇਹ ਡਿਊਟੀ ਆ ਵੀ ਲੋਕਾਂ ਨੂੰ ਸਮਝਾਉਣਾ ਵੀ ਪੈਸੇ ਆ ਕੰਪਨੀ ਜਿਹੜੀ ਹੈ ਸ਼ਰਤਾਂ ਤੇ ਰੱਖੀਆਂ ਵਾ ਤੇ ਇਸ ਤਰ੍ਹਾਂ ਕੰਪਨੀ ਪੈਸੇ ਦਿੰਦੀ ਆ। ਹਰ ਇੱਕ ਏਜੰਟ ਕੋਲੋਂ ਉਹ ਤੁਹਾਡੀ ਟੀਮ ਕਿੰਨੀ, ਤੁਹਾਡੇ ਬੰਦੇ? ਮੇਰੀ ਟੀਮ ਇਸ ਵੇਲੇ ਜਿਹੜੀ ਆ ਉਹ 2 ਲੱਗਾ ਹੈਗੀਆਂ ਵਾ, ਘੱਟ ਤੋਂ ਘੱਟ ਵੀ, ਤੇ ਮੇਰਾ ਖਿਆਲ ਹੈ ਵੀ 100-150 ਬੰਦਾ ਵਾ। 100-150? ਹਾਂਜੀ। ਜਾਣੀ ਕਿ ਜਿਹੜਾ ਘਪਲਾ ਜਿਹਾ ਕਹਿ ਜਾਵੇ ਤੇ ਫਿਰ 1 ਕਰੋੜ ਦਾ ਘਪਲਾ ਪਹੁੰਚ ਜਾਂਦਾ ਹੈ। ਇਹ ਆਲ ਇੰਡੀਆ ਦੇ ਵਿੱਚ 90 ਬ੍ਰਾਂਚਾਂ ਵਾ, 90 ਬ੍ਰਾਂਚਾਂ, ਜਿਹਦਾ ਕਿ ਮਹਾਰਾਸ਼ਟਰ ਵੱਲੋਂ ਵੀ ਕੇਸ ਲੱਗ ਚੁੱਕਾ ਵਾ। 600 ਕਰੋੜ ਦੇ ਲਾਗੇ ਇਹਦਾ ਘਪਲਾ ਵਾ ਸਾਰੇ ਇੰਡੀਆ ਦਾ। ਲੋਕਾਂ ਦੇ ਪੈਸੇ ਕਿੱਦਾਂ ਮੁੜਨਗੇ ਹੁਣ? ਹਾਂਜੀ, ਲੋਕਾਂ ਜਿਹੜੇ ਪੈਸੇ ਦਿੰਦੇ ਉਹ ਕਿੱਦਾਂ ਮੁੜਨਗੇ? ਲੋਕਾਂ ਦੇ ਪੈਸੇ ਜਿਹੜੇ ਹੈਗੇ ਆ ਉਹ ਕੰਪਨੀ ਨੇ ਦੇਣੇ ਆ, ਕੰਪਨੀ ਨੂੰ ਅਸਾਂ ਜਮ੍ਹਾਂ ਕੀਤੇ ਆ, ਕੰਪਨੀ ਨੇ ਰਸੀਦਾਂ ਦਿੱਤੀਆਂ ਵਾ ਇਹਨਾਂ ਨੂੰ। ਹਰ ਇੱਕ ਏਜੰਟ ਨੂੰ ਕੰਪਨੀ ਦੀਆਂ ਰਸੀਦਾਂ ਜਿਹੜੀਆਂ ਉਹ ਮਿਲੀਆਂ, ਹਰ ਇੱਕ ਏਜੰਟ ਨੇ ਜਾ ਕੇ ਦਫ਼ਤਰ ਜਮ੍ਹਾਂ ਕਰਵਾਈਆਂ ਵਾ। ਕੈਸ਼ੀਅਰ ਦੇ ਉੱਤੇ ਸਾਈਨ ਆ, ਮੈਨੇਜਰ ਦੇ ਉੱਤੇ ਸਾਈਨ ਆ। ਇਹ ਲੋਕਾਂ ਨੇ ਪੈਸੇ ਜਮ੍ਹਾਂ ਅੰਮ੍ਰਿਤਸਰ ਜਾ ਕੇ ਕਰਾਇਆ, ਫਿਰ ਤੁਹਾਡੇ ਬੂਹੇ ਗੜੀ ਕਿਉਂ ਬੈਠੇ ਆ ਕੇ ਲੋਕ? ਇਹ ਜਾਣ ਕੇ ਬੈਠੇ ਆ, ਇਹਨਾਂ ਦਾ ਇਹਦਾ ਮਤਲਬ ਵੀ ਕੋਈ ਨਹੀਂ ਹੈਗਾ, ਕਿਉਂਕਿ ਜੇ ਇਹਨਾਂ ਕੇਸ ਕਰਨਾ ਸੀ ਤੇ ਇਹ ਕੰਪਨੀ ਦੇ ਕਰ ਸਕਦੇ। ਇਹਨਾਂ ਕੋਲ ਕੰਪਨੀ ਦੀਆਂ ਰਸੀਦਾਂ ਵਾ, ਇਹਨਾਂ ਕੋਲ ਜਿਹੜੇ ਉਹਨਾਂ ਨੇ ਬੌਂਡ ਦਿੱਤੇ ਆ ਵੀ ਅਸੀਂ ਇਸ ਤਰ੍ਹਾਂ ਪੈਸੇ ਦੇਵਾਂਗੇ, ਉਹ ਕੰਪਨੀ ਦੇ ਆ, ਕੰਪਨੀ ਕੋਲ ਹੀ ਪੈਸੇ ਆ। ਮੈਨੂੰ ਵੇਖੋ ਜੀ, ਮੈਂ ਇੱਥੇ ਦੇ ਇਹ ਜਿਹੜੀ GCA ਮਾਰਕੀਟ ਕੰਪਨੀ ਆ ਇਹ ਖੁੱਲੀ ਆ 5 ਦੇ ਵਿੱਚ, ਠੀਕ ਆ, 2005 ਦੇ ਵਿੱਚ ਖੁੱਲੀ ਆ। ਉਦੋਂ ਪਹਿਲਾਂ ਜਿਹੜੀ ਸੀ GC ਡੇਅਰੀ ਸੀਗੀ, ਉਹਦੇ 'ਚ ਵੀ ਮੈਂ ਕੰਮ। ਤੁਹਾਡੇ ਪਰਿਵਾਰ 'ਚ ਹੋਰ ਹੀ ਬੰਦਾ ਕੋਈ ਕੰਮ ਕਰਦਾ ਕਿ ਤੁਸੀਂ ਇਕੱਲੇ ਕੰਮ ਕਰਦੇ ਹੋ? ਕਿਤੇ ਤੁਹਾਡੇ ਪਰਿਵਾਰ 'ਚ ਮੇਰੇ ਪਰਿਵਾਰ ਦੇ ਵਿੱਚ ਜਿਹੜੀਆਂ ਏਜੰਸੀਆਂ ਲੱਗੀਆਂ ਵਾ ਉਹ ਲੱਗੀਆਂ ਹੋਈਆਂ ਵਾ, ਇੱਥੇ ਸਰਮੋਤਮ ਦੇ ਵਿੱਚ ਲੱਗੀਆਂ ਹੋਈਆਂ ਵਾ, ਠੀਕ ਹੈ ਨਾ। ਉਹਨਾਂ ਨੇ ਸਰਮੋਤਮ ਦੇ ਵਿੱਚ ਜਿਹੜਾ ਕੰਮ ਕੀਤਾ, ਪੈਸੇ ਤੁਹਾਨੂੰ ਇੱਕੋ ਹੀ ਗੱਲ ਕਹੀਏ ਕਿ ਮੈਨੇਜਰ ਕੋਲ ਜਮ੍ਹਾਂ ਹੁੰਦੇ ਰਹੇ ਆ, GCA ਦੇ ਵੀ ਮੈਨੇਜਰ ਕੋਲ ਹੁੰਦੇ ਰਹੇ ਆ, ਸਰਮੋਤਮ ਦੇ ਵੀ ਮੈਨੇਜਰ ਕੋਲ ਹੁੰਦੇ ਰਹੇ ਆ। ਹਰ ਇੱਕ ਏਜੰਟ ਆਪੋ ਆਪਣੇ ਪੈਸੇ ਜਿਹੜੇ ਜਾ ਕੇ ਜਮ੍ਹਾਂ ਕਰਾਉਂਦਾ ਰਿਹਾ। ਤੁਹਾਡੇ ਕਿੰਨੇ ਬੱਚੇ, ਕਹਿੰਦੇ ਹੋਰ ਕੀ ਕੰਮ ਕਰਦੇ? ਮੇਰਾ ਇੱਕੋ ਹੀ ਬੱਚਾ ਜੀ। ਕੀ ਕੰਮ ਕਰਦਾ ਉਹ ਗ੍ਰੰਥੀ ਆ ਤੇ ਨਾਲ ਦੁਕਾਨ ਕਰਦਾ। ਲੋਕੀ ਕਹਿੰਦੇ ਪਏ ਵੀ ਇਹਨਾਂ ਨੇ ਜੋ ਅਸੀਂ ਪੈਸੇ ਕੰਮ ਸ਼ੁਰੂ ਕੀਤਾ ਕੱਚੇ ਮਕਾਨ ਹੀ, ਹੁਣ ਇਹ ਕੋਠੀਆਂ ਪਾ ਕੇ ਬਹਿ ਗਏ ਆ। ਦੇਖੀਏ, ਕੋਠੀਆਂ ਦੀ ਗੱਲ ਸੁਣ ਲਓ ਮੇਰੀ। ਜਿਹੜਾ ਮੇਰਾ ਇੱਕ ਸਾਈਡ ਬਣਿਆ ਵਾ ਉਹ ਹੈਗਾ ਵਾ, ਮੈਂ ਪਾਕਿਸਤਾਨ ਚੋਂ ਆਇਆ ਵਾਂ, ਮੇਰਾ ਪਾਕਿਸਤਾਨੀ ਅਲਾਟਮੈਂਟ ਹੈਗਾ, ਉਹ ਹੈਗਾ ਪਾਕਿਸਤਾਨੀ ਅਲਾਟਮੈਂਟ। ਛੱਤਿਆ ਮੈਨੂੰ ਮਿਲਿਆ ਸੀਗਾ, ਠੀਕ ਆ। ਮੈਂ ਘੱਟ ਤੋਂ ਘੱਟ ਨਹੀਂ ਤਾਂ ਮੈਂ 85-86 ਤੋਂ ਕੰਪਨੀਆਂ 'ਚ ਕੰਮ ਕਰ ਰਿਹਾ, ਅੱਜ ਤੋਂ ਨਹੀਂ। ਪੀਰਲੈਸ, ਮੇਰੀ ਗੱਲ ਸੁਣ, ਪੀਰਲੈਸ ਦੇ ਵਿੱਚ ਮੈਂ ਕੰਮ ਕੀਤਾ, ਇੱਕ ਪੈਸਾ ਲੋਕਾਂ ਦਾ ਮੁੜਿਆ, ਮੈਨੂੰ ਕਿਹੋ ਜਿਹਾ ਕੋਈ ਵਾਪਸੀ ਨਹੀਂ ਹੈ, ਠੀਕ ਹੈ। ਉਸ ਤੋਂ ਬਾਅਦ ਇਸ MLA ਨੇ ਜਿਹਨੇ ਅੱਜ GCA ਖੋਲ੍ਹੀ ਹੋਈ ਆ, ਇਹਨੇ ਗੰਗਾ ਖੇੜੀ ਐਗਰੋ ਫਸਟ ਖੋਲ੍ਹੀ, ਉਹਦਾ ਵੀ ਇੱਕ ਪੈਸਾ ਜਿਹੜਾ ਵਾਪਸ ਕੀਤਾ। ਇਸੇ ਬਾਪੂ ਜੀ ਜਿਹੜੇ ਬੈਠੇ ਉੱਥੇ ਬੂਹੇ ਗਾੜੀ, ਉਹਨਾਂ ਨੂੰ ਤੁਸੀਂ ਹੀ ਕੰਪਨੀ ਦਾ ਐਡਰੈਸ ਦਿੱਤਾ ਹੈ, ਤੁਸੀਂ ਹੀ ਉਹਨਾਂ ਨੂੰ ਨਾਲ ਏਜੰਟ ਜੋੜਿਆ? ਲੱਗਾ ਤੁਹਾਡੀਆਂ ਹੀ ਹੈ? ਹਾਂ, ਯੂਨਿਟ ਮੇਰੀ ਹੈ ਸਾਰੀ, ਯੂਨਿਟ ਸਾਡੀ ਤੁਹਾਡੀ ਹੈ ਨਾ? ਮੇਰੀ ਯੂਨਿਟ ਹੈ ਸਾਰੀ, ਠੀਕ ਹੈ ਨਾ। ਲੇਕਿਨ ਜਿਹੜਾ ਮੈਂ ਏਜੰਟ ਦੇ ਤੌਰ ਦੇ ਉੱਤੇ ਹੈਗਾ ਵਾਂ, ਪੈਸੇ ਲੈਣ ਵਾਲੇ ਮੈਨੇਜਰ, ਕੈਸ਼ੀਅਰ ਤੇ ਜਾਂ ਜਿਹੜੇ ਉੱਤੇ ਡਾਇਰੈਕਟਰ ਨੇ, CMD ਨੇ, ਉਹਨਾਂ ਕੋਲ ਨੇ। ਜਿਨ੍ਹਾਂ ਦੀ ਇਹ ਜੀ ਪਿੰਡ, ਮੈਂ ਮਨਪ੍ਰੀਤ ਸਿੰਘ SI ਇੰਚਾਰਜ ਚੌਂਕੀ ਦਬੁਰਜੀ, ਠਾਣਾ ਸਿਟੀ, ਤਰਨਤਾਰਨ ਜੀ। ਇਹ ਕੋਈ GCA ਕੰਪਨੀ ਸੀ ਬਠਿੰਡੇ ਦੀ ਜੀ।
ਇੱਥੋਂ ਖਾਰੇ ਪਿੰਡ ਦਾ ਗੁਰਦਿਆਲ ਸਿੰਘ ਕੋਈ ਉਹ ਕੰਪਨੀ 'ਚ ਏਜੰਟ ਦਾ ਕੰਮ ਕਰਦਾ ਸੀ ਤੇ ਇਹਨਾਂ ਨੇ ਪੈਸੇ ਡਬਲ ਕਰਾਉਣ ਦੀ ਖਾਤਰ ਜਾਂ ਹੋਰ ਉਹ ਕੰਪਨੀ 'ਚ ਭੋਲੇ ਭਾਲੇ ਆਮ ਲੋਕਾਂ ਦੇ 3-4 ਪਿੰਡਾਂ ਦੇ ਲਾਗੋਂ ਲਵਾਏ ਸੀ ਜੀ ਪੈਸੇ, ਜੋ ਫਰਾਡ ਇਨ ਕਰੋੜ ਦਾ ਹੈ। ਇਸ ਤੋਂ ਪਹਿਲਾਂ ਇਹਨਾਂ ਨੇ ਮੈਨੂੰ ਕੋਈ ਦਰਖਾਸਤ ਨਹੀਂ ਦਿੱਤੀ ਜੀ। 1-2 ਦਿਨ ਪਹਿਲਾਂ ਵੀ ਇਹਨਾਂ ਧਰਨਾ ਲਾਇਆ ਸੀ ਤੇ ਇਹਨਾਂ ਨੂੰ ਕਿਹਾ ਸੀ ਵੀ ਇਹੋ ਵਿਸ਼ਵਾਸ ਦਿਵਾਇਆ ਸੀ ਵੀ ਤੁਸੀਂ ਸੀਨੀਅਰ ਅਫਸਰਾਂ ਨੂੰ ਦਰਖਾਸਤ ਦਿਓ ਤੇ ਉਹ ਦਰਖਾਸਤ 'ਤੇ ਇਨਕੁਆਇਰੀ ਹੋ ਕੇ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਹੋਗੀ। ਇਹਨਾਂ ਹੁਣ ਦਰਖਾਸਤ ਦਿੱਤੀ ਆ, ਉਸ ਇਨਕੁਆਇਰੀ ਜਿਹੜੀ ਕਰ ਰਹੇ SHO ਸਿਟੀ ਤਰਨਤਾਰਨ ਜੀ। ਜਿਹੜੀ ਦੂਸਰੀ ਧਿਰ ਗੁਰਦਿਆਲ ਸਿੰਘ ਆ ਉਹ ਉੱਥੇ ਪਹੁੰਚੀ ਹੋਈ ਆ ਤੇ ਇਹ ਦੂਸਰੀ ਧਿਰ ਨੂੰ ਇਹੀ ਰਿਕੁਐਸਟ ਕਰ ਰਹੇ ਵੀ ਉੱਥੇ ਥਾਣੇ ਆਉਣ ਤਾਂ ਦੋਵਾਂ ਧਿਰਾਂ ਨੂੰ ਟੇਬਲ ਤੇ ਬਾ ਕੇ ਕਾਉਂਸਲਿੰਗ ਕਰਾਈ ਜਾਊਗੀ, ਦੋ ਵੀ ਤੱਥ ਸਾਹਮਣੇ ਆਉਣਗੇ ਕਾਰਵਾਈ ਕੀਤੀ ਜਾਊਗੀ। ਕੀ ਲੱਗਦਾ ਸਰ ਜਿੱਦਾਂ ਲੋਕ ਬੈਠੇ ਜਿਹੜੇ ਕੋਈ 30 ਲੱਖ ਦਾ ਕੋਈ 35 ਲੱਖ ਆਈ ਜਾਂਦਾ, ਕਿੰਨੇ ਕਰੋੜਾ ਰੁਪਏ ਦਾ ਮੁੱਕੂਗਾ? ਉਹ ਤਾਂ ਦੇਖੋ ਜੀ ਇਹਨਾਂ ਦੇ ਕਾਗਜ਼ ਪੱਤਰ ਦੇਖਾਂਗੇ ਤੇ ਫਿਰ ਪਤਾ ਲੱਗੇਗਾ। ਫਿਲਹਾਲ ਜ਼ਬਾਨੀ ਕਲਾਮੀ ਕੁਝ ਨਹੀਂ ਕਿਹਾ ਜਾ ਸਕਦਾ ਜੀ ਇਹਦੇ ਬਾਰੇ। ਇਹ ਵੀ ਕਿਹਾ ਜਾਂਦਾ ਵਿੱਚ ਕੋਈ ਬਠਿੰਡੇ ਦਾ ਕੋਈ MLA ਆ ਉਹਦਾ ਵੀ ਉਹਨਾਂ ਵਿੱਚ ਇਨਵੋਲਵਮੈਂਟ ਹੈਗੀ ਹੈ। ਇਹ ਲੋਕਾਂ ਦੇ ਕਹਿਣ ਮੁਤਾਬਕ ਹੈਗੀ ਆ। ਉਹ ਬਠਿੰਡੇ ਸ਼ਾਇਦ FIR ਵੀ ਲੌਜ ਹੋਈ ਹੈ ਉਹਨਾਂ ਤੇ, ਪਰ ਉਹਦੇ ਬਾਰੇ ਮੈਨੂੰ ਪੂਰਾ ਕਲੀਅਰ ਨਹੀਂ ਹੈ ਜੀ। ਹੁਣ ਆਪਾਂ ਨੂੰ ਕੀ ਵਿਸ਼ਵਾਸ ਦਿਵਾਇਆ ਇਹਨਾਂ ਨੂੰ? ਹੁਣ ਮੈਂ ਇਹਨਾਂ ਨੂੰ ਥਾਣਾ ਸਿਟੀ ਲੈ ਕੇ ਜਾਊਂਗਾ। SHO ਸਾਹਿਬ ਕੋਲ ਦੂਜੀ ਧਿਰ ਬੈਠੀ ਹੋਈ ਆ ਤੇ ਇਹਨਾਂ ਨੂੰ ਨਾਲ ਬਿਠਾ ਕੇ ਉੱਥੇ ਦੋਵਾਂ ਧਿਰਾਂ ਦਾ ਰਿਕਾਰਡ ਵੇਖ ਕੇ ਇਹਨਾਂ ਨਾਲ ਗੱਲਬਾਤ ਕਰਕੇ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਊਗੀ।